सब्सक्राइब करें नेशनल बस और साथ ही दबाएं बेल आइकन। हवाई फायर भी कह सकता, वो मार के चला गया। डीएसपी बाहर तक छड्डण आया है, फिर ਇਹਨੂੰ ਸਿਗਰਟ ਪੀਣ ਲਈ ਵੀ ਬਾਹਰ ਜਾਣ ਦਿੱਤਾ। ਤੇ ਐਸਆਈਟੀ ਕਿਵੇਂ ਬਿਹੇਵ ਕਰਦੀ ਹੈ, ਨਹੀਂ ਬਿਹੇਵ ਕਰਦੀ ਹੈ, ਉਹਦੇ ਨਾਲ ਕਿਵੇਂ ਬਿਹੇਵ ਕਰਦੀ ਹੈ। ਜਦੋਂ ਐਸਆਈਟੀ ਨੇ ਪੁੱਛਿਆ ਵੀ ਆਪਣਾ ਫੋਨ ਨੰਬਰ ਦੱਸੋ ਤਾਂ ਜਵਾਬ ਆਇਆ ਜੀ ਮੈਨੂੰ ਤਾਂ ਮੇਰਾ ਫੋਨ ਨੰਬਰ ਯਾਦ ਹੀ ਨਹੀਂ। ਕਮਾਲ ਦੀ ਗੱਲ ਹੈ। ਔਰ ਉਹ ਫੋਨ ਨੰਬਰ ਦੇ ਜਿਹੜੇ 10 ਹਿੰਸੇ ਹੈਗੇ ਉਹ ਯਾਦ ਵੀ ਸੀਗੇ। ਉਹ ਮੈਡੀਕਲ ਸਾਡੇ ਕੋਲ ਅੱਜ ਤੱਕ ਨਹੀਂ ਪਹੁੰਚਿਆ ਕਦੀ ਵੀ। ਉਹ ਸਰਟੀਫਿਕੇਟ ਬਣਿਆ ਕਿੱਥੇ ਹੈ, ਉਹ ਚੰਡੀਗੜ੍ਹ ਬਣਿਆ ਹੈ, ਦਿੱਲੀ ਬਣਿਆ ਹੈ, ਕਰਨਾਲ ਬਣਿਆ ਕਿ ਤਿੰਬਕਤੂ ਬਣਿਆ, ਕਿਸੇ ਨੂੰ ਕੁਝ ਨਹੀਂ ਪਤਾ ਉਹਦੇ ਬਾਰੇ। ਔਰ ਇਹ ਲਿਖਦਾ ਜੀ ਪਿਛਲੇ ਹਫਤੇ ਬਹੁਤ ਜ਼ਿਆਦਾ ਰੋਡ ਟਰੈਵਲ ਕੀਤਾ ਇਹਨੇ। ਤੇ ਉਹ ਤਾਂ ਕਹਿੰਦਾ ਮੈਂ ਦਿੱਲੀ ਆਪਣੇ ਘਰ 'ਚ ਸੀਗਾ ਸਾਰਾ ਟਾਈਮ। ਸਾਡੇ ਨਾਲ ਬਿਲਕੁਲ ਇਹਨੇ ਕੋਆਪਰੇਟ ਨਹੀਂ ਕੀਤਾ, ਹਰ ਪਾਸੇ ਝੂਠ ਬੋਲਦਾ ਹੈ। 250-300 ਕੁਐਸਚਨ ਐਸਆਈਟੀ ਨੇ ਇਹਨੂੰ ਪੁੱਟ ਕੀਤੇ ਆ ਤਾਂ ਉਹ ਤਾਂ ਇਸ ਤਰ੍ਹਾਂ ਆਏ ਵੀ ਬੜੇ ਲੇਅਰ ਮੂਡ 'ਚ। ਸ਼ੁਰੂ ਤੋਂ ਹੀ ਕਾਨੂੰਨ ਨਾਲ ਖੇਡਣ ਦੀ ਆਦਤ ਹੈ। ਕਿਸੇ ਵੀ ਸਵਾਲ ਦਾ ਠੀਕ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਗਿਆ। ਵਕੀਲ ਕਿਵੇਂ ਚੋਰੀ ਛੁਪੇ ਅੰਦਰ ਬੈਠੇ ਹੋਏ ਸੀਗੇ? ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਵਾਜਬ ਗੱਲ ਹੈ। ਕਿਆ ਤੁਸੀਂ ਇਹਦੀ ਕੋਈ ਰਿਕਾਰਡਿੰਗ ਕੀਤੀ ਹੈ ਤਾਂ ਕਿ ਤੁਸੀਂ ਸਬੂਤ ਪੇਸ਼ ਕਰ ਸਕੋ? ਐਸਆਈਟੀ ਹੈ ਉਹ ਮੇਰੇ ਮੁਤਹਿਤ ਨਹੀਂ ਹੈ। ਜਿਹੜੇ ਉਹ ਵਕੀਲ ਪੇਸ਼ ਕਰਦਾ ਹੈ ਵੱਡੇ ਵੱਡੇ ਐਕਸ ਡੀਜੀਪੀ ਸੈਣੀ, ਜਿਹੜੇ ਕਿ ਪਰਸੋਂ 28 ਤਰੀਕ ਨੂੰ ਮਟੌਰ ਥਾਣੇ 'ਚ ਪੇਸ਼ ਹੋਏ ਔਰ ਉਹਨਾਂ ਦੀ 6 ਘੰਟੇ ਇਨਵੈਸਟੀਗੇਸ਼ਨ ਚੱਲੀ, 6 ਘੰਟੇ ਇੰਟੈਰੋਗੇਸ਼ਨ ਹੋਈ, ਉਹਨਾਂ ਨੂੰ ਐਸਆਈਟੀ ਨੇ ਸਵਾਲ ਪੁੱਛੇ। ਉਸ ਤੋਂ ਬਾਅਦ ਅੱਜ ਐਸਆਈਟੀ ਨੇ ਫੇਰ ਬੁਲਾਇਆ ਸੀ ਉਹਨਾਂ ਨੂੰ ਇੰਟੈਰੋਗੇਟ ਕਰਨ ਲਈ, ਸਵਾਲ ਜਵਾਬ ਕਰਨ ਲਈ। ਲੇਕਿਨ ਅੱਜ ਉਹਨਾਂ ਨੇ ਇੱਕ ਮੈਡੀਕਲ ਭੇਜਤਾ ਸਵੇਰੇ ਕਿ ਉਹਨਾਂ ਦੀ ਤਬੀਅਤ ਖਰਾਬ ਹੈ। ਨੂਰੁੱਲਾ ਸਾਹਿਬ ਸਾਡੇ ਨਾਲ ਨੇ ਜਿਹੜੇ ਕਿ ਸਪੈਸ਼ਲ ਪੀਪੀ ਨੇ ਇਸ ਕੇਸ ਵਿੱਚ। ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਐਸੀ ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਕਿ ਔਰ ਉਹਨਾਂ ਨੇ ਮੈਡੀਕਲ ਭੇਜਤਾ। ਨੂਰੁੱਲਾ ਸਾਹਿਬ ਤਬੀਅਤ ਤਾਂ ਜੀ ਪਤਾ ਨਹੀਂ ਖਰਾਬ ਹੋਈ ਕਿ ਨਹੀਂ ਹੋਈ, ਮੈਡੀਕਲ ਜ਼ਰੂਰ ਭੇਜਿਆ। ਇੱਕ ਸਵੇਰੇ WhatsApp ਆ ਗਿਆ ਸੀਗਾ ਚੇਅਰਮੈਨ ਐਸਆਈਟੀ ਕੋਲ, ਜਿਹਦੇ 'ਚ ਲਿਖਿਆ ਸੀਗਾ ਕਿ ਤਬੀਅਤ ਖਰਾਬ ਹੋਣ ਕਰਕੇ ਸੈਣੀ ਕੈਨ ਨਾਟ ਜੁਆਇਨ ਇਨਵੈਸਟੀਗੇਸ਼ਨ। ਉਹ ਜਦੋਂ ਚੰਗੀ ਤਰ੍ਹਾਂ ਦੇਖਿਆ ਗਿਆ, ਉਹਨੂੰ ਵਾਚਿਆ ਗਿਆ ਸਰਟੀਫਿਕੇਟ ਨੂੰ, ਤਾਂ ਉਹਦੇ 'ਚ ਦੇਖਿਆ ਕਿ ਨਾ ਤਾਂ ਡਾਕਟਰ ਦਾ ਕੋਈ ਐਡਰੈਸ ਹੈ ਉਹਦੇ 'ਚ, ਨਾ ਕੋਈ ਹਸਪਤਾਲ ਦਾ ਨਾਮ ਹੈ, ਨਾ ਡਾਕਟਰ ਦਾ ਫੋਨ ਨੰਬਰ ਹੈ, ਨਾ ਡਾਕਟਰ ਦੀ ਕੁਆਲੀਫਿਕੇਸ਼ਨ ਹੈ। ਸੋ ਪਹਿਲਾਂ ਤਾਂ ਇਹ ਨਹੀਂ ਪਤਾ ਕਿ ਉਹ ਸਰਟੀਫਿਕੇਟ ਬਣਿਆ ਕਿੱਥੇ ਹੈ, ਉਹ ਚੰਡੀਗੜ੍ਹ ਬਣਿਆ ਹੈ, ਦਿੱਲੀ ਬਣਿਆ ਹੈ, ਕਰਨਾਲ ਬਣਿਆ ਕਿ ਤਿੰਬਕਤੂ ਬਣਿਆ, ਕਿਸੇ ਨੂੰ ਕੁਝ ਨਹੀਂ ਪਤਾ ਉਹਦੇ ਬਾਰੇ। ਔਰ ਫਿਰ ਜਿਹੜਾ ਨਾਮ ਦਿੱਤਾ ਗਿਆ ਉਹਦੇ 'ਚ ਉਹ ਹੈਗਾ ਸੁਮੇਧ ਸਿੰਘ ਦੇ ਨਾਮ 'ਤੇ। ਹੁਣ ਸੁਮੇਧ ਸਿੰਘ ਤਾਂ ਲੱਖਾਂ ਹੋਣਗੇ ਇਸ ਦੇਸ਼ 'ਚ। ਸੁਮੇਧ ਸਿੰਘ ਸੈਣੀ ਸਨ ਆਫ ਕੀ ਹੈ, ਉਹਦਾ ਐਡਰੈਸ ਕੀ ਹੈ, ਉਹਦੇ ਕਾਊਂਟਰ ਸਾਈਨ ਜੇ ਸਰਟੀਫਿਕੇਟ ਪ੍ਰੋਡਿਊਸ ਕਰਨਾ ਕਿਤੇ ਤਾਂ ਡਾਕਟਰ ਹਮੇਸ਼ਾ ਕਾਊਂਟਰ ਸਾਈਨ ਲੈਂਦਾ ਹੈ ਦੱਸਣ ਲਈ ਕਿ ਮੈਂ ਪੇਸ਼ੈਂਟ ਨੂੰ ਦੇਖ ਲਿਆ ਔਰ ਪੇਸ਼ੈਂਟ ਮੇਰੇ ਕੋਲ ਹਾਜ਼ਰ ਹੈ। ਉਹ ਵੀ ਹੈ ਨਹੀਂ। ਤੇ ਜਿਹੜਾ ਬਹਾਨਾ ਵੀ ਲਾਇਆ ਉਹ ਇਹ ਲਾਇਆ ਜੀ ਕਿ ਜਿਹੜੀ ਸੱਜੀ ਥਾਈ ਹੈ ਮੇਰੀ, ਪੱਟ ਜਿਹਨੂੰ ਅਸੀਂ ਕਹਿੰਦੇ ਹਾਂ, ਸੱਜੇ ਪੱਟ ਵਿੱਚ ਦਰਦ ਆ ਰਹੀ ਹੈ ਪਿੱਠ 'ਚੋਂ, ਔਰ ਨਾਲੇ ਮੈਨੂੰ ਗਿਡੀਨੈਸ ਹੈ। ਬਸ ਇੰਨਾ ਹੀ ਸਰਟੀਫਿਕੇਟ ਲਿਖਿਆ ਹੋਇਆ। ਔਰ ਇਹ ਲਿਖਤਾ ਜੀ ਪਿਛਲੇ ਹਫਤੇ ਬਹੁਤ ਜ਼ਿਆਦਾ ਰੋਡ ਟਰੈਵਲ ਕੀਤਾ ਇਹਨੇ, ਤੇ ਇਸ ਕਰਕੇ ਇਹਦੇ ਤਕਲੀਫ ਹੈ ਇਹਨੂੰ ਥੋੜ੍ਹੀ ਜਿਹੀ। ਹੁਣ ਉਹ ਕੀ ਤਕਲੀਫ ਹੈ, ਕਿੰਨੀ ਤਕਲੀਫ ਹੈ, ਕੋਈ ਐਕਸਰੇ ਹੈ ਜਾਂ ਨਹੀਂ ਹੈ, ਔਰ ਉਹ ਕਿੱਥੇ ਘੁੰਮਦਾ ਰਿਹਾ। ਉਹ ਤਾਂ ਕਹਿੰਦਾ ਮੈਂ ਦਿੱਲੀ ਆਪਣੇ ਘਰ 'ਚ ਸੀਗਾ ਸਾਰਾ ਟਾਈਮ। ਜੇ ਘਰ ਵਿੱਚ ਸੀਗਾ 25 ਤਰੀਕ ਤੱਕ, 25 ਨੂੰ ਚੰਡੀਗੜ੍ਹ ਆਇਆ ਉਹ, 28 ਨੂੰ ਸਾਡੇ ਕੋਲ ਇਨਵੈਸਟੀਗੇਸ਼ਨ ਜੁਆਇਨ ਕੀਤੀ ਐਸਆਈਟੀ ਕੋਲ। ਉਹਦੇ ਬਾਅਦ ਸਡਨਲੀ ਕੀ ਹੋ ਗਿਆ, ਕਿਉਂਕਿ ਕੱਲ੍ਹ ਵੀ ਉਹ ਚੰਡੀਗੜ੍ਹ ਜਦੋਂ ਸਮਨ ਉਹਨੂੰ ਭੇਜੇ ਸੀ ਅੱਜ ਵਾਸਤੇ, ਉੱਥੇ ਹਾਜ਼ਰ ਨਹੀਂ ਸੀ, ਗੈਰ ਹਾਜ਼ਰ ਸੀ ਉਹ, ਤੇ ਉਹਦੇ ਘਰ ਦੇ ਬਾਹਰ ਚਿਪਕਾ ਕੇ ਆਏ ਗਏ ਸਮਨ, ਔਰ ਉਹਦੇ ਵਕੀਲਾਂ ਨੂੰ ਸਮਨ ਭੇਜੇ ਗਏ WhatsApp ਤੇ ਈਮੇਲ 'ਤੇ। ਇਸ ਲਈ ਉਹ ਮੈਡੀਕਲ ਤਾਂ ਨਜ਼ਰਅੰਦਾਜ਼ ਹੀ ਕਰਨਾ ਪਏਗਾ, ਕਿਉਂਕਿ ਉਹ ਦੇਖਣ ਨੂੰ ਹੀ ਔਨ ਦਾ ਫੇਸ ਆਫ ਇਟ ਇਜ਼ ਅ ਫੈਬਰੀਕੇਟਡ ਡਾਕੂਮੈਂਟ ਔਰ ਅ ਮੇਡ ਅਪ ਡਾਕੂਮੈਂਟ। ਵਕੀਲ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹਦੀ ਤਬੀਅਤ ਖਰਾਬ ਹੋਈ ਔਰ ਉਹਨੇ ਇੱਕ ਸਰਟੀਫਿਕੇਟ ਭੇਜਿਆ, ਪਰ ਪਰਸੋਂ ਜਦੋਂ ਉਹ ਆਏ ਸੀਗੇ ਤੇ ਬੜੇ ਐਸਾ ਨਾ ਤਾਂ ਉਹਨਾਂ ਦੀ ਸਿਹਤ ਨਾ ਉਹਨਾਂ ਦੀ ਸ਼ਕਲ ਤੋਂ ਐਸਾ ਲੱਗ ਨਹੀਂ ਰਿਹਾ ਸੀ ਕਿ ਉਹ ਕੋਈ ਬਿਮਾਰ ਨੇ ਜਾਂ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਹੈ। ਉਹ ਤਾਂ ਇਸ ਤਰ੍ਹਾਂ ਆਏ ਵੀ ਬੜੇ ਲੇਅਰ ਮੂਡ 'ਚ ਵੇਵ ਕਰਦੇ ਹੋਏ ਸਾਰੀ ਪ੍ਰੈਸ ਨੂੰ, ਔਰ ਉਸ ਤਰ੍ਹਾਂ ਜਿਸ ਤਰ੍ਹਾਂ ਕੋਈ ਟੈਨਸ਼ਨ ਹੀ ਹੈ ਨਹੀਂ ਉਹਨਾਂ ਨੂੰ, ਉਸ ਤਰ੍ਹਾਂ ਆਏ ਸੀਗੇ ਉਹ। ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਵਾਜਬ ਗੱਲ ਹੈ। ਪਰ ਜੋ ਮੈਨੂੰ ਸਮਝ ਆ ਰਹੀ ਹੈ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਕਾਨੂੰਨ ਨਾਲ ਖੇਡਣ ਦੀ ਆਦਤ ਹੈ। ਇਸ ਵਾਰੀ ਵੀ ਉਹ ਖੇਡ ਹੀ ਖੇਡ ਰਿਹਾ ਕੋਈ ਨਾ ਕੋਈ, ਕਿਉਂਕਿ ਅਸੀਂ ਪਹਿਲਾਂ ਬੁਲਾਇਆ ਸੀ ਉਹਨੂੰ 23 ਸਤੰਬਰ ਨੂੰ। ਉਸ ਦਿਨ ਵੀ ਉਹਦਾ ਇਸੀ ਵਕੀਲ ਦਾ ਜਿਹੜਾ ਆਪਣਾ ਰਮਨਪ੍ਰੀਤ ਸਿੰਘ ਕਹਿੰਦਾ ਲਾਇਰ ਹੈ, ਹੁਣ ਉਹ ਲਾਇਰ ਹੈ ਕਿ ਨਹੀਂ ਇਹ ਵੀ ਕਿਸੇ ਨੂੰ ਨਹੀਂ ਪਤਾ, ਕਿਉਂਕਿ ਨਾ ਤਾਂ ਵਕਾਲਤਨਾਮਾ ਭੇਜਿਆ ਗਿਆ ਉਹਨਾਂ ਦਾ ਅੱਜ ਤੱਕ ਸਾਡੇ ਕੋਲ, ਨਾ ਉਹਨਾਂ ਦੀ ਕੋਈ ਆਥੋਰਾਈਜੇਸ਼ਨ ਲੈਟਰ ਹੈ ਸੁਮੇਧ ਸੈਣੀ ਵੱਲੋਂ, ਨਾ ਕੋਈ ਆਇਡੈਂਟੀ ਕਾਰਡ ਆਇਆ ਹੈ ਰਮਨਪ੍ਰੀਤ ਜੀ ਦਾ ਜਿਹਦੇ ਨਾਲ ਪਤਾ ਲੱਗੇ ਉਹ ਵਕੀਲ ਹੈਗੇ ਹੈ। ਪਰ ਚਲੋ ਮੈਂ ਮੰਨ ਲੈਂਦਾ ਵਕੀਲ ਹੋਣਗੇ, ਜ਼ਰੂਰ ਹੋਣਗੇ, ਪਰ ਜਦੋਂ ਉਹਨਾਂ ਨੇ WhatsApp ਭੇਜਿਆ ਸੀਗਾ ਤਾਂ ਨਾਲ ਆਥੋਰਾਈਜੇਸ਼ਨ ਭੇਜਣੀ ਜ਼ਰੂਰੀ ਸੀਗੀ।
ਉਹਦੇ ਨਾਲ ਮੈਡੀਕਲ ਵੀ ਬਹੁਤ ਜ਼ਰੂਰੀ ਸੀਗਾ। ਜਿਹੜਾ ਉਹ 25 ਤਰੀਕ ਨੂੰ ਪੇਸ਼ 23 ਨੂੰ ਸੌਰੀ 25 ਨੂੰ ਨਹੀਂ 23 ਤਰੀਕ ਨੂੰ 23 ਸਤੰਬਰ ਨੂੰ ਜਦੋਂ ਬੁਲਾਇਆ ਸੀ ਉਹਨਾਂ ਨੂੰ, ਉਸ ਦਿਨ ਉਹ ਪੇਸ਼ ਨਹੀਂ ਹੋਏ ਔਰ WhatsApp ਆ ਗਿਆ ਸੀ ਉਸ ਦਿਨ ਵੀ ਉਹਦਾ ਕੋਈ ਮੈਡੀਕਲ ਸਰਟੀਫਿਕੇਟ ਆਉਣਾ ਚਾਹੀਦਾ ਸੀਗਾ, ਕਿਉਂਕਿ ਉਹਦੇ 'ਚ ਵੀ ਲਿਖਿਆ ਸੀ ਤਬੀਅਤ ਖਰਾਬ ਹੈ। ਉਹ ਮੈਡੀਕਲ ਸਾਡੇ ਕੋਲ ਅੱਜ ਤੱਕ ਨਹੀਂ ਪਹੁੰਚਿਆ ਕਦੀ ਵੀ, ਤੇ ਨਾ ਉਹ ਹੈਗਾ, ਤੇ ਰਿਕਾਰਡ ਤੇ ਵੀ ਨਹੀਂ, ਤਾਂ ਮੇਰੇ ਖਿਆਲ ਉਹਨਾਂ ਕੋਲ ਵੀ ਨਹੀਂ ਤਾਂ ਹੁਣ ਤੱਕ ਪੇਸ਼ ਕਰ ਦੇਣਾ ਸੀਗਾ। ਉਹਦੇ ਬਾਅਦ ਉਹ ਉਸ ਦਿਨ ਨਾ ਆ ਕੇ 25 ਨੂੰ, ਕਿਉਂਕਿ ਸੁਪਰੀਮ ਕੋਰਟ ਲੱਗਿਆ ਸੀ ਮੈਟਰ, 25 ਨੂੰ ਆ ਕੇ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਹੋ ਗਏ, ਉਹ ਵੀ ਡਿਊਟੀ ਮੈਜਿਸਟ੍ਰੇਟ ਦੇ ਨਹੀਂ ਕਿਸੇ ਹੋਰ ਜੱਜ ਦੇ ਪੇਸ਼ ਹੋ ਕੇ ਦਰਖਾਸਤ ਦੇਤੀ ਜੀ ਕਿ ਮੈਂ ਦੇਖੋ ਜੀ ਹਾਜ਼ਰ ਹਾਂ। ਉਹ ਵੀ ਪਲੋਏ ਸੀਗਾ ਬੇਸਿਕਲੀ ਟੂ ਸ਼ੋ ਦੀ ਸੁਪਰੀਮ ਕੋਰਟ ਦੈਟ ਆਮ ਅਵੇਲੇਬਲ, ਐਂਡ ਹੀ ਵਾਸ ਐਪਰੀਹੈਂਸਿਵ ਕਿ ਅਸੀਂ ਸ਼ਾਇਦ ਰੇਜ਼ ਕਰਾਂਗੇ ਸੁਪਰੀਮ ਕੋਰਟ 'ਚ ਇਹ ਗੱਲ ਕਿ ਤੁਹਾਡੇ ਜੱਜ ਸਾਹਿਬ ਜਿਹੜੇ ਪਹਿਲੇ ਆਰਡਰ ਸੀ ਕੋਆਪਰੇਟ ਕਰਨ ਦੇ ਇਨਵੈਸਟੀਗੇਸ਼ਨ 'ਚ, ਉਹਦੀ ਵਾਇਲੇਸ਼ਨ ਕਰ ਰਿਹਾ ਜਾਣ ਕੇ ਹੈ, ਉਹ ਦਿਖਾਉਣ ਲਈ ਸੀਗਾ। ਫਿਰ ਚਲੋ 28 ਨੂੰ ਆ ਗਏ। ਹੁਣ 28 ਨੂੰ ਆ ਕੇ ਵੀ ਜਿਹੜੇ ਸਵਾਲ ਪੁੱਛੇ ਗਏ, ਕਿਸੇ ਵੀ ਸਵਾਲ ਦਾ ਠੀਕ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਗਿਆ। ਸੋ ਮਚ ਸੋ ਕਿ ਹੀ ਡਿਡ ਨਾਟ ਈਵਨ ਗਿਵ ਹਿਸ ਫੋਨ ਨੰਬਰ। ਜਦੋਂ SIT ਨੇ ਪੁੱਛਿਆ ਤੁਸੀਂ ਆਪਣਾ ਫੋਨ ਨੰਬਰ ਦੱਸੋ, ਤਾਂ ਜਵਾਬ ਆਇਆ ਜੀ ਮੈਨੂੰ ਤਾਂ ਮੇਰਾ ਫੋਨ ਨੰਬਰ ਯਾਦ ਹੀ ਨਹੀਂ ਹੈ। ਔਰ SIT ਜਦੋਂ ਪੁੱਛਿਆ ਉਹਨਾਂ ਨੂੰ ਕਿ ਜੀ ਤੁਹਾਡਾ ਜਿਹੜਾ ਤੁਸੀਂ ਫੋਨ ਅੱਜ ਲੈ ਕੇ ਆਏ ਸੀ ਨਾਲਾ ਬਾਹਰ ਰਖਵਾਇਆ ਤੁਹਾਡੇ ਤੇ ਉਹਦਾ ਨੰਬਰ, ਕਹਿੰਦਾ ਜੀ ਉਹ ਨੰਬਰ ਮੈਨੂੰ ਪਤਾ ਨਹੀਂ, ਕਿਸੇ ਹੋਰ ਦਾ ਮੰਗਿਆ ਹੋਇਆ ਫੋਨ ਹੈ। ਹੁਣ ਉਹ ਫੋਨ ਕਿਹਦਾ ਇਹ ਵੀ ਨਹੀਂ ਮੈਨੂੰ ਯਾਦ ਕਿਹਦਾ ਫੋਨ ਹੈ। ਔਰ ਇਹ ਸਭ ਹੋਣ ਦੇ ਬਾਵਜੂਦ ਸਾਰੇ ਸਵਾਲਾਂ ਦੇ ਜ਼ਿਆਦਾਤਰ ਜਵਾਬ ਇਹੀ ਦਿੱਤੇ ਗਏ ਕਿ ਮੈਨੂੰ ਪਤਾ ਨਹੀਂ ਹੈ, ਕੁਝ ਵੀ ਮੈਨੂੰ ਯਾਦ ਨਹੀਂ ਹੈ। ਇਹ ਦਿਨ ਦੇ ਪਰ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਪੁੱਛਿਆ ਗਿਆ ਜੀ ਤੁਹਾਡੇ ਚਲੋ ਫੋਨ ਨੰਬਰ ਨਹੀਂ ਤੁਸੀਂ ਦੇ ਸਕਦੇ, ਆਪਣਾ ਨਹੀਂ ਦੇ ਰਹੇ, ਤਾਂ ਜੇ ਤੁਹਾਨੂੰ ਕੰਟੈਕਟ ਕਰਨਾ ਕਿੱਥੇ ਕੀਤਾ ਜਾਏ, ਉਸ ਟਾਈਮ ਫਟਾਫਟ ਆਪਣੇ ਭਰਾ ਦਿਨੇਸ਼ ਸੈਣੀ ਦਾ ਨਾਮ ਲਿੱਤਾ ਗਿਆ ਔਰ ਉਹ ਫੋਨ ਨੰਬਰ ਦੇ ਜਿਹੜੇ 10 ਹਿੰਸੇ ਹੈਗੇ ਉਹ ਯਾਦ ਵੀ ਸੀਗੇ, ਉਹ ਫੋਨ ਲਿਖਾ ਵੀ ਦਿੱਤਾ। ਤੇ ਇਹਦਾ ਕੀ ਐਟੀਟਿਊਡ ਸੀ, ਕਿ ਇਹਦਾ ਰੋਬ ਵਾਲਾ ਹੀ ਉੱਥੇ ਐਟੀਟਿਊਡ ਸੀ? ਕਿਉਂਕਿ ਜਿੱਥੇ ਤੱਕ ਮੈਨੂੰ ਪਤਾ ਚੱਲਿਆ, ਸਾਡੇ ਸੂਤਰਾਂ ਨੇ ਦੱਸਿਆ 250-300 ਕੁਐਸਚਨ SIT ਨੇ ਇਹਨੂੰ ਪੁੱਟ ਕੀਤੇ ਆ ਔਰ ਇਹਦੇ ਕੋਲੋਂ ਜਵਾਬ ਮੰਗੇ ਨੇ। ਤੇ ਇਹਨਾਂ ਦਾ ਕੀ ਐਟੀਟਿਊਡ ਸੀ? ਉਹੀ ਅਫਸਰਾਂ ਵਾਲਾ ਕਿ ਇਹ ਤਾਂ ਸਭ ਮੇਰੇ ਥੱਲੇ ਕੰਮ ਕਰਦੇ ਰਹੇ ਆ, ਮੈਂ ਇਹਨਾਂ ਨੂੰ ਆਨਸਰੇਬਲ ਨਹੀਂ ਆ, ਜਾਂ ਉਹਨਾਂ ਨੇ ਕੁਝ ਕੋਆਪਰੇਸ਼ਨ ਕੀਤੀ ਉਹਨਾਂ ਨਾਲ? ਕਿਉਂਕਿ ਇੱਕ ਗੱਲ ਹੋਰ ਵੀ ਹੈ ਵਕੀਲ ਸਾਹਿਬ ਕਿ ਸਾਰੇ ਮੀਡੀਆ ਦੇ ਵਿੱਚ ਅਗਰ ਤੁਸੀਂ ਸਾਰੀ ਫੁਟੇਜਸ ਦੇਖੋ ਤੇ ਇਹਦੇ ਵਕੀਲ ਪਹਿਲਾਂ ਹੀ ਛੁਪ ਕੇ ਥਾਣੇ ਦੇ ਅੰਦਰ ਬੈਠੇ ਹੋਏ ਸੀਗੇ, ਕਿਉਂਕਿ ਜਦੋਂ ਮੀਡੀਆ ਪਹੁੰਚਿਆ ਉਸ ਵੇਲੇ ਨਾ ਤਾਂ ਕੋਈ ਵਕੀਲ ਅੰਦਰ ਗਿਆ ਤੇ ਨਾ ਕਿਸੇ ਹੋਰ ਨੂੰ ਪੁਲਿਸ ਵਾਲਿਆਂ ਨੇ ਜਾਣ ਦਿੱਤਾ, ਸਿਰਫ ਇਹੀ ਗਿਆ। ਤੇ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਮਸਲਾ ਬਣਦਾ ਵੀ ਇਹ ਵਕੀਲ ਕਿਵੇਂ ਚੋਰੀ ਛੁਪੇ ਅੰਦਰ ਬੈਠੇ ਹੋਏ ਸੀਗੇ। ਦੇਖੋ ਜੀ, ਤੱਕ ਵਕੀਲਾਂ ਦਾ ਮਸਲਾ ਉੱਥੇ ਪਹੁੰਚਣ ਦਾ ਫੁਟੇਜ ਵਿੱਚ ਮੈਂ ਵੀ ਦੇਖਿਆ, ਪਰ ਇਸ ਤੋਂ ਜ਼ਿਆਦਾ ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਹੈ ਕਿਉਂਕਿ ਮੈਂ ਆਪ ਉੱਥੇ ਹਾਜ਼ਰ ਨਹੀਂ ਸੀਗਾ, ਨਾ ਮੈਂ SIT ਦਾ ਮੈਂਬਰ ਹਾਂ। ਤੇ ਜਿਹੜਾ ਮੇਰਾ ਕੰਮ ਹੈ ਉਹ ਕਚਹਿਰੀ ਦੇ ਮੁਕੱਦਮੇ ਦੇਖਣਾ ਹੈ, ਉਹਨਾਂ ਦੇ ਜੋ ਕੋਰਟ 'ਚ ਆ ਰਿਹਾ ਜਾਂ ਜੋ ਲੀਗਲ ਇਸ਼ੂਜ਼ ਹੈ ਉਹਨਾਂ 'ਤੇ ਨਜ਼ਰ ਦੇਖਣਾ ਹੈਗਾ। ਤੇ ਇਹ ਜ਼ਰੂਰ ਪੁੱਛਿਆ ਗਿਆ ਸੀਗਾ ਮੈਨੂੰ ਕਿ ਵਕੀਲ ਉਹਦੇ ਆਏ ਹੋਏ ਹੈ ਔਰ ਇਹਨਾਂ ਨੇ ਸੁਮੇਧ ਸੈਣੀ ਕਹਿੰਦਾ ਹੈ ਕਿ ਮੇਰੇ ਨਾਲ ਬੈਠ ਕੇ ਮੈਂ ਇਹਨਾਂ ਦੇ ਸਾਹਮਣੇ ਜਵਾਬ ਦਿਆਂਗਾ। ਉਹਦੇ ਲਈ ਮੈਂ ਮਨਾ ਕਰਤਾ ਸੀ ਕਿਉਂਕਿ ਸੈਕਸ਼ਨ 41D ਆ ਚੁੱਕਿਆ CRPC ਦਾ, ਉਹਦੇ ਤਹਿਤ ਜੇ ਕੋਈ ਗੱਲਬਾਤ ਪੁੱਛਣੀ ਹੈ ਮੁਲਜ਼ਮ ਨੇ ਆਪਣੇ ਵਕੀਲ ਨੂੰ, ਉਹ ਕੰਸਲਟ ਕਰ ਸਕਦਾ, ਪਰ ਇੰਟਰੋਗੇਸ਼ਨ ਦੇ ਦੌਰਾਨ ਉਹ ਹਾਜ਼ਰ ਨਹੀਂ ਹੋ ਸਕਦਾ। ਇਹ ਮੈਂ ਕਹਿ ਕੇ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਨੂੰ ਤੁਸੀਂ ਵਿੱਚ ਨਹੀਂ ਬਿਠਾਓਗੇ, ਤਾਂ ਜੋ ਮੈਨੂੰ ਅੰਦੇਸ਼ਾ ਵਿੱਚ ਨਹੀਂ ਬਿਠਾਏ ਗਏ। ਜਿਹੜਾ ਕ੍ਰਿਮੀਨਲ ਹੈ ਜਾਂ ਕਲਪਰੇਟ ਹੈ ਉਹ ਆਪਣੇ ਵਕੀਲ ਨੂੰ ਸਵਾਲ ਪੁੱਛ ਸਕਦਾ ਹੈ, ਲੇਕਿਨ ਕਿਆ ਉਹ ਇੰਟਰੋਗੇਸ਼ਨ ਦੇ ਦੌਰਾਨ ਪੁੱਛ ਸਕਦਾ ਹੈ? ਨਹੀਂ, ਇੰਟਰੋਗੇਸ਼ਨ ਦੇ ਦੌਰਾਨ ਨਹੀਂ ਜੀ, ਕੰਸਲਟ ਕਰਨ ਦਾ ਮਤਲਬ ਹੁੰਦਾ ਕੰਸਲਟ ਅੱਗੇ ਪਿੱਛੇ ਹੋ ਕੇ ਕਰ ਸਕਦਾ ਜਦੋਂ ਮਰਜ਼ੀ। ਇਸੇ ਲਈ ਮਨਾ ਕੀਤਾ ਸੀਗਾ ਕਿ ਜਦੋਂ ਉਹਨੂੰ ਕਮਰੇ 'ਚ ਬਿਠਾ ਕੇ ਸਵਾਲ ਜਵਾਬ ਕੀਤੇ ਜਾ ਰਹੇ ਹਨ ਉਸ ਟਾਈਮ ਵਕੀਲ ਨਹੀਂ ਨਾਲ ਬੈਠਣਗੇ। ਔਰ ਜੋ ਮੈਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਉਹ ਇਹੀ ਹੈ ਕਿ ਨਾਲ ਨਹੀਂ ਬੈਠੇ ਹੋਏ ਸੀ ਵਕੀਲ। ਕਿਆ ਤੁਸੀਂ ਇਹਦੀ ਕੋਈ ਰਿਕਾਰਡਿੰਗ ਕੀਤੀ ਹੈ ਤਾਂ ਕਿ ਤੁਸੀਂ ਸਬੂਤ ਪੇਸ਼ ਕਰ ਸਕੋ ਸੁਪਰੀਮ ਕੋਰਟ ਦੇ ਅੰਦਰ ਕਿ ਜੀ ਦੇਖੋ ਅਸੀਂ ਆਹ ਕੀਤਾ ਤੇ ਇਹਦਾ ਆਹ ਰਵੱਈਆ ਹੈ? ਬਿਲਕੁਲ ਜੀ, ਸਾਰੀ ਜਿਹੜੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਹੋਈ ਹੈ ਉਹ ਸਾਰੀ ਵੀਡੀਓ ਰਿਕਾਰਡਿੰਗ ਦੇ ਤਹਿਤ ਹੀ ਹੋਈ ਹੈ। ਵੀਡੀਓ ਕੈਮਰਾ ਉੱਥੇ ਲੱਗਿਆ ਹੋਇਆ ਸੀ ਸਾਹਮਣੇ ਔਰ ਉਹਨੂੰ ਵੀ ਇਸ ਗੱਲ ਦਾ ਇਲਮ ਸੀਗਾ, ਉਹਦੇ ਸਾਹਮਣੇ ਹੀ ਸਾਰੀ ਰਿਕਾਰਡਿੰਗ ਹੋਈ। ਅੱਛਾ ਵਕੀਲ ਸਾਹਿਬ, ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਇੱਕ ਤਾਂ DSP ਬਾਹਰ ਤੱਕ ਛੱਡਣ ਆਇਆ ਤੇ ਫਿਰ ਇਹਦੀ ਰੋਟੀ ਨੂੰ ਲੈ ਕੇ ਵੀ ਇਹਨੂੰ ਉੱਥੇ ਰੋਟੀ ਸਰਵ ਕਰਾਈ ਗਈ ਤੇ ਫਿਰ ਇਹਨੂੰ ਸਿਗਰਟ ਪੀਣ ਲਈ ਵੀ ਬਾਹਰ ਜਾਣ ਦਿੱਤਾ। ਕਿਆ ਇਹ ਸਾਰੇ ਐਲੀਗੇਸ਼ਨ ਜਾਂ ਤੁਸੀਂ ਇਹ ਇੰਟਰੋਗੇਟ ਕਰ ਰਹੇ ਹੋ ਜਾਂ ਤੁਸੀਂ ਆਪਣੇ ਪੱਧਰ ਤੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਸੱਚ ਨੇ ਜਾਂ ਝੂਠ ਨੇ? ਦੇਖੋ ਜੀ, ਮੈਂ ਹਾਲੇ ਤੱਕ ਕੁਝ ਕਿਸਮ ਦੀ ਕੋਸ਼ਿਸ਼ ਨਹੀਂ ਕੀਤੀ ਪਤਾ ਕਰਨ ਦੀ ਕਿ ਮੇਰੇ ਦਾਇਰੇ ਤੋਂ ਹੀ ਬਾਹਰ ਹੈ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਮੈਂ ਜਿਹੜੇ SIT ਹੈ ਉਹ ਮੇਰੇ ਮੁਤਹਿਤ ਨਹੀਂ ਹੈ, ਨਾ ਮੇਰੇ ਉਹ ਅੰਡਰ ਹੈ, ਨਾ ਮੈਂ ਸਰਕਾਰੀ ਮੁਲਾਜ਼ਮ ਹਾਂ। ਮੈਨੂੰ ਤਾਂ ਐਜ਼ ਅ ਪ੍ਰਾਈਵੇਟ ਕਾਉਂਸਲ ਸਪੈਸ਼ਲਾਈਜ਼ਡ ਹੋਣ ਕਰਕੇ ਕ੍ਰਿਮੀਨਲ ਕੇਸਿਸ ਵਿੱਚ ਮੈਨੂੰ ਸਰਕਾਰ ਨੇ ਇੰਗੇਜ ਕੀਤਾ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ, ਕਿਉਂਕਿ ਜਿਹੜੇ ਉਹ ਵਕੀਲ ਪੇਸ਼ ਕਰਦਾ ਹੈ ਵੱਡੇ ਉਹਨਾਂ ਨੂੰ ਅੱਗੇ ਲੜਨ ਲਈ, ਉਹਨਾਂ ਨੂੰ ਸਾਹਮਣੇ ਸ਼ਕਲ ਦਿਖਾਉਣ ਲਈ, ਉਹਨਾਂ ਦੀ ਸ਼ੀਸ਼ਾ ਦਿਖਾਉਣ ਲਈ ਉਹਨਾਂ ਨੂੰ ਵਕੀਲ ਚਾਹੀਦਾ ਸੀ। ਮੈਨੂੰ ਇਸ ਲਈ ਇੰਗੇਜ ਕੀਤਾ ਗਿਆ ਤੇ ਮੈਂ ਜਿਹੜਾ ਮੇਰਾ ਦਾਇਰਾ ਹੈ ਉਹ ਸਿਰਫ ਕਾਨੂੰਨੀ ਚੀਜ਼ਾਂ ਬਾਰੇ ਹੈ। ਉੱਥੇ SIT ਕਿਵੇਂ ਬਿਹੇਵ ਕਰਦੀ ਹੈ, ਨਹੀਂ ਬਿਹੇਵ ਕਰਦੀ ਹੈ, ਉਹਦੇ ਨਾਲ ਕਿਵੇਂ ਬਿਹੇਵ ਕਰਦੀ ਹੈ, ਇਹਦੇ 'ਤੇ ਮੇਰਾ ਨਾ ਕੋਈ ਹੱਕ ਹੈ, ਨਾ ਮੇਰਾ ਕੋਈ ਅਖਤਿਆਰ ਹੈ, ਨਾ ਮੈਂ ਕੁਝ ਕਹਿ ਸਕਦਾ ਇਸ ਬਾਰੇ।
ਤੇ ਹੁਣ ਅਗਲਾ ਕੀ, ਜਿਸ ਤਰ੍ਹਾਂ ਅੱਜ ਇਹ ਇਨਵੈਸਟੀਗੇਸ਼ਨ ਇਸਨੇ ਜੁਆਇਨ ਨਹੀਂ ਕੀਤੀ ਤੇ ਹੁਣ ਤੁਸੀਂ ਲੀਗਲੀ ਅਗਲਾ ਕੀ ਸਟੈਪ ਲੈਣ ਦੀ ਸੋਚ ਰਹੇ ਹੋ ਕਿ ਇਹ ਅਗਲੀ ਵਾਰੀ ਆਵੇ ਔਰ ਪੇਸ਼ ਹੋਵੇ ਤੇ ਤਾਂ ਕਿ ਸੁਪਰੀਮ ਕੋਰਟ 'ਚ ਤੁਸੀਂ ਆਪਣੀ ਜੋ ਵੀ ਤੁਸੀਂ ਜਵਾਬ ਦੇਣਾ ਉਹ ਤੁਸੀਂ ਪ੍ਰੋਪਰਲੀ ਦੇ ਸਕੋ? ਦੇਖੋ ਜੀ, ਇੱਦਾਂ ਹੈ ਕਿ ਹਲੇ ਇਹ ਜੁਆਇਨ ਇਹਨੂੰ ਕਰਾਵਾਂਗੇ ਜਾਂ ਨਹੀਂ ਕਰਾਵਾਂਗੇ ਉਹ ਵੀ ਅੱਗੇ ਦੇਖਣ ਦਾ ਮੁੱਦਾ ਹੈ। ਲੋੜ ਸਾਨੂੰ ਇਸ ਲਈ ਹੈ ਕਿ ਹਲੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਇਹਨੇ ਹਲੇ ਵੀ ਨਹੀਂ ਦਿੱਤੇ। ਆਲ ਹਿਸ ਰਿਪਲਾਈਜ਼ ਵਰ ਵੈਰੀ ਐਲੂਸਿਵ। ਜਿਹੜੇ ਇਹਨੇ ਜਵਾਬ ਦਿੱਤੇ ਜੀ ਉਹ ਸਾਰੇ ਇੱਦਾਂ ਦੇ ਸੀਗੇ ਕਿ ਮੈਨੂੰ ਪਤਾ ਨਹੀਂ ਕਿਸੇ ਚੀਜ਼ ਬਾਰੇ। ਹਰ ਚੀਜ਼ ਦਾ ਮਤਲਬ ਝੂਠ ਵੀ ਕਹਿ ਸਕਦਾ ਉਹਨੂੰ ਮੈਂ, ਤੇ ਹਵਾਈ ਫਾਇਰ ਵੀ ਕਹਿ ਸਕਦਾ। ਉਹ ਮਾਰ ਕੇ ਚਲਾ ਗਿਆ, ਕਿਸੇ ਗੱਲ ਬਾਰੇ ਇਹਨੇ ਦੱਸਿਆ ਨਹੀਂ ਹੈ। ਇਸ ਲਈ ਇਹਨੂੰ ਬੁਲਾਣਾ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਇਸ ਕਰਕੇ ਕਿ ਹੋਰ ਮੁਲਜ਼ਮ ਕਿੱਥੇ ਹੈ, ਜਿੱਥੇ ਮੈਂ ਪਹਿਲਾਂ ਵੀ ਗੱਲਾਂ ਦੱਸੀਆਂ ਸੀ, ਹੋਰ ਮੁਲਜ਼ਮ ਕਿਹੜੇ ਇਨਵੋਲਵਡ ਹੈ, ਕਿਵੇਂ ਬੋਡੀ ਡਿਸਪੋਜ਼ ਆਫ ਕੀਤੀ ਗਈ, ਕਈ ਸਵਾਲ ਅਜੇ ਪੁੱਛਣੇ ਬਾਕੀ ਹੈ ਕੇਸ ਨੂੰ ਸੋਲਵ ਕਰਨ ਲਈ। ਜਿੱਥੇ ਤੱਕ ਐਵੀਡੈਂਸ ਦਾ ਸਵਾਲ ਹੈ ਸੁਮੇਧ ਸੈਣੀ ਦੀ ਇਨਵੋਲਵਮੈਂਟ ਦਾ, ਕਿ ਉਹਦੇ ਮੁਲਤਾਨ ਸਿੰਘ ਮੁਲਤਾਨੀ ਨੂੰ ਇਲੀਗਲੀ ਚੁੱਕਣ 'ਚ ਜਾਂ ਉਹਨੂੰ ਡਿਟੇਨ ਕਰਨ 'ਚ ਇਲੀਗਲੀ ਜਾਂ ਉਹਨੂੰ ਤਸ਼ੱਦਦਾਂ ਦੇਣ 'ਚ ਜਾਂ ਉਹਨੂੰ ਮਾਰਨ 'ਚ ਜਿੱਥੇ ਤੱਕ ਹੈਗੀ ਐਵੀਡੈਂਸ, ਉਹ ਸਾਡੇ ਕੋਲ ਐਵੀਡੈਂਸ ਸਫੀਸ਼ੀਐਂਟ ਆ ਚੁੱਕੀ ਹੈ। ਪਰ ਪੂਰਾ ਕੇਸ ਜੇ ਅਸੀਂ ਸੋਲਵ ਕਰਨਾ ਚਾਹੀਏ ਤਾਂ ਸਾਨੂੰ ਇਹਦੀ ਹਲੇ ਵੀ ਇੰਟਰੋਗੇਸ਼ਨ ਦੀ ਲੋੜ ਹੈ ਔਰ ਬਹੁਤ ਸਖਤ ਲੋੜ ਹੈ, ਕਿਉਂਕਿ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਸੈਣੀ ਹੀ ਕਰ ਸਕਦਾ, ਕਿਉਂਕਿ ਸਾਰਾ ਕੁਝ ਇਹਨੇ ਆਪ ਹੀ ਕਰਾਇਆ ਸੀਗਾ। ਤੇ ਇਹ ਗੱਲਾਂ ਲਈ ਸਾਨੂੰ ਬੁਲਾਉਣਾ ਜ਼ਰੂਰੀ ਹੈ। ਪਰ ਅੱਜ ਦੀ ਤਰੀਕ ਜੋ ਹਾਲਾਤ ਹੈ, ਅਸੀਂ ਸੁਪਰੀਮ ਕੋਰਟ ਵਿੱਚ, ਕਿਉਂਕਿ ਅਸੀਂ 5 ਅਕਤੂਬਰ ਨੂੰ ਜਵਾਬ ਫਾਈਲ ਕਰਨਾ ਆਪਣਾ ਐਂਟੀਸਪੇਟਰੀ ਬੇਲ ਵਿੱਚ, ਉੱਥੇ SLP ਵਿੱਚ, ਉੱਥੇ ਅਸੀਂ ਇਹ ਸਾਰੀ ਗੱਲਾਂ ਦੱਸਾਂਗੇ ਜੱਜ ਸਾਹਿਬ ਨੂੰ ਕਿ ਇਹ ਕਿਸ ਤਰੀਕੇ ਨਾਲ ਸਾਡੇ ਨਾਲ ਬਿਲਕੁਲ ਇਹਨੇ ਕੋਆਪਰੇਟ ਨਹੀਂ ਕੀਤਾ, ਹਰ ਪਾਸੇ ਝੂਠ ਬੋਲਦਾ ਹੈ, ਜਾਣ ਕੇ ਸਾਨੂੰ ਭਗਾਈ ਮਾਰਦਾ। ਇਹ ਸਭ ਗੱਲਾਂ ਦੇਖਦੇ ਹੋਏ ਸੁਪਰੀਮ ਕੋਰਟ ਦੇ ਕੋਲ ਜਾਵਾਂਗੇ ਔਰ ਸੁਪਰੀਮ ਕੋਰਟ ਤੋਂ ਅਸੀਂ ਇਹ ਉਮੀਦ ਕਰਾਂਗੇ ਹੁਣ ਕਿ ਇਹਦੀ ਜਿਹੜੀ ਬੇਲ ਹੈ ਉਹ ਡਿਸਮਿਸ ਕਰਤੀ ਜਾਏ ਔਰ ਸਾਨੂੰ ਮੌਕਾ ਦਿੱਤਾ ਜਾਏ ਇਹਨੂੰ ਕਸਟਡੀ 'ਚ ਲੈ ਕੇ ਇੰਟਰੋਗੇਟ ਕਰਨ ਦਾ। ਨੂਰਲਾ ਸਾਹਿਬ ਨੇ ਬਿਲਕੁਲ ਸਪਸ਼ਟ ਕਰਤਾ ਹੈ ਕਿ ਇਹ ਸੁਪਰੀਮ ਕੋਰਟ ਜਾਣਗੇ ਔਰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਮੰਗਣਗੇ। ਔਰ ਜਿਸ ਤਰ੍ਹਾਂ ਇਹਨਾਂ ਨੇ ਸਾਰੇ ਗੱਲ ਦੱਸੀ ਹੈ ਉਸ ਵਿੱਚ ਇਹੀ ਲੱਗਦਾ ਹੈ ਵੀ ਜਿੰਨੀ ਦੇਰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਹੋਏਗੀ ਸੱਚ ਸਾਹਮਣੇ ਨਹੀਂ ਆ ਸਕੇਗਾ ਔਰ ਮੁਲਤਾਨੀ ਪਰਿਵਾਰ ਨੂੰ ਜਸਟਿਸ ਨਹੀਂ ਮਿਲੇਗਾ। ਇਹ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਸੁਪਰੀਮ ਕੋਰਟ ਕੀ ਆਰਡਰ ਕਰਦੀ ਹੈ ਔਰ ਕੀ ਇਹ ਦਲੀਲਾਂ ਇਹ ਦਿੰਦਾ ਹੈ ਔਰ ਕਿਸ ਤਰ੍ਹਾਂ ਸਰਕਾਰ ਆਪਣਾ ਪੱਖ ਰੱਖਦੀ ਹੈ, ਇਹ ਆਉਣ ਵਾਲਾ ਵਕਤ ਦੱਸੇਗਾ। ਸਾਰੇ ਦਰਸ਼ਕਾਂ ਦਾ बहुत बहुत धन्यवाद साडे नाल जुड़न दा। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।